हेलो एवरीवन, वेलकम टू द सेशन। ਅੱਜ ਦੀ ਕਲਾਸ ਆਪਾਂ ਪੜ੍ਹਨ ਜਾ ਰਹੇ ਹਾਂ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੀ 8ਵੀਂ ਕਲਾਸ ਦੀ ਸੋਸ਼ਲ ਸਟੱਡੀਜ਼ ਦੀ ਕਿਤਾਬ। ਉਹਦੇ ਵਿੱਚੋਂ ਇਤਿਹਾਸ ਸੈਕਸ਼ਨ ਹਿਸਟਰੀ ਵਿੱਚੋਂ 14ਵਾਂ ਚੈਪਟਰ ਵਿਮਨ ਐਂਡ ਰਿਫਾਰਮਸ ਯਾਨੀ ਮਹਿਲਾ ਤੇ ਸੁਧਾਰ ਬਾਰੇ। ਅੱਜ ਇਸ ਚੈਪਟਰ ਦੇ ਜਿਹੜੇ ਸਭ ਤੋਂ ਇੰਪੋਰਟੈਂਟ ਕੁਐਸਚਨਸ ਹੈਗੇ ਨੇ ਉਹਨਾਂ ਬਾਰੇ ਚਰਚਾ ਕਰਾਂਗੇ। ਤਾਂ ਸ਼ੁਰੂ ਕਰਦੇ ਹਾਂ। ਪਹਿਲਾ ਕੁਐਸਚਨ ਹੈਗਾ when and by whom was the sati system declared illegal? ਸਤੀ ਪ੍ਰਥਾ ਨੂੰ ਕਦੋਂ ਤੇ ਕਿਸ ਦੁਆਰਾ ਗੈਰ ਕਾਨੂੰਨੀ ਘੋਸ਼ਿਤ ਕੀਤਾ ਗਿਆ ਸੀ? ਬਹੁਤ ਇੰਪੋਰਟੈਂਟ ਕੁਐਸਚਨ ਹੈਗਾ। On December 4th, 1829 AD, Lord William Bentinck declared sati system illegal. इस तारीख ਨੂੰ ਇਸ ਬੰਦੇ ਦੇ ਯਤਨਾਂ ਸਦਕਾ ਜਿਹੜੀ ਸਤੀ ਸਿਸਟਮ ਹੈਗੀ ਹੈ ਉਹਨੂੰ ਇਲੀਗਲ ਡਿਕਲੇਅਰ ਕੀਤਾ ਗਿਆ ਸੀ ਤੇ ਇਹਦੇ ਵਿੱਚ ਬਹੁਤ ਵੱਡਾ ਜਿਹੜਾ ਯੋਗਦਾਨ ਹੈਗਾ ਉਹ ਰਾਜਾ ਰਾਮ ਮੋਹਨ ਰਾਏ ਦਾ ਵੀ ਹੈਗਾ। ਆਪਾਂ ਚੈਪਟਰ ਦੀ ਜਿਹੜਾ ਡਿਸਕਸ਼ਨ ਕੀਤੀ ਸੀ ਉਹਦੇ ਵਿੱਚ ਮੈਂ ਸਮਝਾਇਆ ਹੋਇਆ। दूजा क्वेश्चन है इन विच ईयर द परमिशन ऑफ विडो रीमैरिज वाज ग्रांटेड। भी ਜਿਹੜੀਆਂ ਔਰਤਾਂ ਹੈਗੀਆਂ ਨੇ ਵਿਧਵਾ ਉਹ ਦੁਬਾਰਾ ਪੁਨਰ ਵਿਵਾਹ ਕਰ ਸਕਦੀਆਂ ਦੀ ਇਜਾਜ਼ਤ ਕਦੋਂ ਦਿੱਤੀ ਗਈ? ਇੰਪੋਰਟੈਂਟ ਕੁਐਸਚਨ ਹੈ। in 1856 AD ਇਸ ਸਾਲ ਦੇ ਵਿੱਚ permission for widow remarriage was established ਜਾਂ ਤੁਸੀਂ ਕਹਿ ਸਕਦੇ ਹੋ was granted। ਇੱਕੋ ਗੱਲ। when and by whom was the Aligarh Muslim University established? ਕਦੋਂ ਤੇ ਕਿਸ ਦੁਆਰਾ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਦੀ ਸਥਾਪਨਾ ਕੀਤੀ ਗਈ ਸੀ? ਅਗੇਨ ਇੰਪੋਰਟੈਂਟ ਹੈ। ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਵਾਸ ਐਸਟੈਬਲਿਸ਼ਡ ਇਨ ਦੀ ਈਅਰ 1920 ਦੇ ਵਿੱਚ ਸਥਾਪਿਤ ਕੀਤੀ ਗਈ ਸੀ ਬਾਏ ਸਰ ਸੈਯਦ ਅਹਿਮਦ ਖਾਨ ਜੀ ਦੁਆਰਾ। ਚੌਥਾ ਸਵਾਲ ਹੈਗਾ when where and by whom was the ਨਾਮਧਾਰੀ ਮੂਵਮੈਂਟ ਫਾਊਂਡਡ? ਜਿਹੜੀ ਨਾਮਧਾਰੀ ਅੰਦੋਲਨ ਹੈਗਾ ਉਹ ਕਦੋਂ ਕਿੱਥੇ ਤੇ ਕਿਸ ਦੁਆਰਾ ਸਥਾਪਿਤ ਕੀਤਾ ਗਿਆ ਸੀ? ਇੰਪੋਰਟੈਂਟ। on 12th April 1857 at ਭੈਣੀ ਸਾਹਿਬ ਲੁਧਿਆਣਾ ਦੇ ਵਿੱਚ ਹੈਗਾ। ਇਸ ਤਾਰੀਖ ਇਸ ਡੇਟ ਨੂੰ ਜੇ ਤਾਰੀਖ ਨਹੀਂ ਵੀ ਯਾਦ ਕਰਨੀ ਸਾਲ ਯਾਦ ਕਰ ਲਓ। ਸ਼੍ਰੀ ਸਤਗੁਰੂ ਰਾਮ ਸਿੰਘ ਫਾਊਂਡਡ ਸਤਗੁਰੂ ਰਾਮ ਸਿੰਘ ਜੀ ਨੇ ਸਥਾਪਿਤ ਕੀਤੀ ਸੀ ਇਹ ਜਿਹੜੀ ਨਾਮਧਾਰੀ ਅੰਦੋਲਨ ਹੈਗੀ ਹੈ। ਪੰਜਵਾਂ ਕੁਐਸਚਨ ਹੈਗਾ where did ਸਿੰਘ ਸਭਾ establish education institutes for the women education? ਜਿਹੜੀ ਸਿੰਘ ਸਭਾ ਹੈਗੀ ਹੈ ਉਹਨੇ ਕਿੱਥੇ ਆਪਾਂ ਇਹ ਪੁੱਛਿਆ ਗਿਆ ਵੀ ਕਿੱਥੇ ਉਹਨਾਂ ਨੇ ਐਸਟੈਬਲਿਸ਼ ਕੀਤੇ ਸੀ ਐਜੂਕੇਸ਼ਨ ਦੇ ਇੰਸਟੀਟਿਊਟਸ ਜਾਂ ਆਪਾਂ ਇਹ ਕਹਿ ਸਕਦੇ ਹਾਂ ਔਰਤਾਂ ਦੀ ਵਿਦਿਆ ਦੇ ਜਿਹੜੇ ਕੇਂਦਰ ਹੈਗੇ ਨੇ ਕਿੱਥੇ ਸਥਾਪਿਤ ਕੀਤੇ ਸੀ? ਆਨਸਰ ਹੈ ਸਿੰਘ ਸਭਾ ਫਾਊਂਡਡ ਵਿਮਨਸ ਐਜੂਕੇਸ਼ਨ ਇੰਸਟੀਟਿਊਟਸ ਉਹਨਾਂ ਨੇ ਅਲੱਗ-ਅਲੱਗ ਥਾਵਾਂ ਤੇ ਸਥਾਪਿਤ ਕੀਤੇ ਸੀ। ਜਿਵੇਂ ਆਪਾਂ ਇਹ ਕਹਿ ਸਕਦੇ ਹਾਂ ਵੀ ਉਹਨਾਂ ਨੇ ਭਮੌਰ ਦੇ ਵਿੱਚ, ਕੈਰੋਂ ਦੇ ਵਿੱਚ ਤੇ ਨਾਲ ਦੀ ਨਾਲ ਫਿਰੋਜ਼ਪੁਰ ਦੇ ਵਿੱਚ ਸਿੰਘ ਸਭਾ ਨੇ ਸਥਾਪਿਤ ਕੀਤੇ ਸੀ ਅਲੱਗ-ਅਲੱਗ ਇੰਸਟੀਟਿਊਟਸ ਜਿਹੜੇ ਕੁੜੀਆਂ ਦੀ ਐਜੂਕੇਸ਼ਨ ਦੇ ਲਈ ਉਹਨਾਂ ਨੇ ਆਪਣਾ ਅੱਗੇ ਹੱਥੀ ਆਪਾਂ ਕਹਿ ਸਕਦੇ ਯੋਗਦਾਨ ਦਿੱਤਾ ਸੀ। ਠੀਕ ਹੈ। ਹੁਣ ਇਹਨਾਂ ਦੀ ਜੇ ਤੁਸੀਂ ਡਿਟੇਲ ਦੇਖਣਾ ਚਾਹੁੰਦੇ ਹੋ ਤਾਂ ਮੈਂ ਤੁਹਾਨੂੰ ਡਿਟੇਲ ਦੇ ਵਿੱਚ ਵੀ ਦੱਸ ਦਿੰਦੀ ਹਾਂ ਵੀ ਜਿਹੜਾ ਅਲੱਗ-ਅਲੱਗ ਸਕੂਲਸ ਹੈਗੇ ਨੇ ਇਹਨਾਂ ਨੇ ਜਿਹੜੇ ਸਥਾਪਿਤ ਕੀਤੇ ਸੀ। ਜਿਵੇਂ ਆਪਾਂ ਇਹ ਕਹਿ ਸਕਦੇ ਹਾਂ ਫਿਰੋਜ਼ਪੁਰ ਦੇ ਵਿੱਚ ਸੀਗਾ ਸਿੱਖ ਕੰਨਿਆ। ਉਹਨਾਂ ਨੇ ਇਹ ਨਹੀਂ ਪੁੱਛਿਆ ਸਕੂਲ ਦਾ ਨਾਮ ਦੱਸੋ ਪਰ ਮੈਂ ਫਿਰ ਵੀ ਤੁਹਾਨੂੰ ਦੱਸ ਰਹੀ ਹਾਂ ਸਿੱਖ ਕੰਨਿਆ ਮਹਾ ਵਿਦਿਆਲਿਆ ਇੱਥੇ ਸਥਾਪਿਤ ਕੀਤਾ ਸੀ ਫਿਰੋਜ਼ਪੁਰ ਦੇ ਵਿੱਚ। ਉਵੇਂ ਹੀ ਖਾਲਸਾ ਪੁਯੰਗ ਸਕੂਲ ਜਿਹੜਾ ਹੈਗਾ ਉਹ ਸਥਾਪਿਤ ਕੀਤਾ ਸੀ ਕੈਰੋ ਦੇ ਵਿੱਚ। ਤੇ ਆਪਾਂ ਗੱਲ ਕਰੀਏ ਭਮੌਰ ਦੀ PHAMORE ਆਏਗਾ ਉੱਥੇ ਸਥਾਪਿਤ ਕੀਤਾ ਸੀ ਵਿਦਿਆ ਭੰਡਾਰ। ਠੀਕ ਹੈ ਜੀ, ਅੱਗੇ ਚੱਲਦੇ ਹਾਂ। ਛੇਵਾਂ ਸਵਾਲ ਪੁੱਛਿਆ ਗਿਆ ਹੈ ਰਾਈਟ ਡਾਊਨ ਇਨ ਬਰੀਫ ਦ ਕੰਟਰੀਬਿਊਸ਼ਨ ਆਫ ਰਾਜਾ ਰਾਮ ਮੋਹਨ ਰਾਏ ਫॉर द ਇਮੈਂਸੀਪੇਸ਼ਨ ਆਫ ਵਿਮਨ। ਕਹਿਣ ਦਾ ਮਤਲਬ ਵੀ ਔਰਤਾਂ ਨੂੰ ਆਜ਼ਾਦ ਕਰਾਉਣ ਦੇ ਲਈ ਰਾਜਾ ਰਾਮ ਮੋਹਨ ਰਾਏ ਨੇ ਕਿਹੜੇ-ਕਿਹੜੇ ਯੋਗਦਾਨ ਪਾਏ ਸੀ? ਦੇਖੋ, to reform the condition of women in the society, Raja Ram Mohan Roy said that the society couldn't progress until women were given equal rights with men. ਉਹਨਾਂ ਨੇ ਇਹ ਕਿਹਾ ਸੀ ਵੀ ਜਿਹੜਾ ਧਾਰਨਾ ਇਹ ਹੈਗੀ ਆ ਵੀ ਸਮਾਜ ਉਦੋਂ ਤੱਕ ਤਰੱਕੀ ਨਹੀਂ ਕਰ ਸਕਦਾ ਜਦੋਂ ਤੱਕ ਔਰਤਾਂ ਨੂੰ ਤੇ ਮਰਦਾਂ ਨੂੰ ਬਰਾਬਰ ਅਧਿਕਾਰ ਨਹੀਂ ਦਿੱਤੇ ਜਾਂਦੇ। He propagated to stop sati system। ਸਤੀ ਸਿਸਟਮ ਨੂੰ ਖਤਮ ਕਰਨ ਦੇ ਲਈ ਉਹਨਾਂ ਨੇ ਜਾਂ ਉਹਨੂੰ ਰੋਕਣ ਦੇ ਲਈ ਬਹੁਤ ਪ੍ਰਚਾਰ ਕੀਤਾ ਸੀ। After the death of his brother named, ਇਹਨਾਂ ਦੇ ਵੱਡਾ ਭਰਾ ਜਿਹੜਾ ਸੀ ਆਪਾਂ ਲਿਖ ਸਕਦੇ ਹਾਂ elder brother ਜਿਨ੍ਹਾਂ ਦਾ ਨਾਮ ਸੀ ਜਗਮੋਹਨ। his wife was forced to sati। ਉਹਨਾਂ ਦੀ ਆਪਣੀ ਜਿਹੜੀ ਭਾਬੀ ਸੀ ਉਹਨਾਂ ਨੂੰ ਸਤੀ ਕਰ ਦਿੱਤਾ ਗਿਆ ਸੀ, ਮਤਲਬ ਬਲਦੀ ਅੱਗ ਦੇ ਵਿੱਚ ਹੀ ਸਿੱਟ ਦਿੱਤਾ ਗਿਆ ਸੀ। that even brought a new turn in his life। ਇਹਨਾਂ ਨੇ ਉਸ ਜੋ ਚੀਜ਼ ਨੂੰ ਦੇਖਿਆ ਸੀ ਉਹਦੇ ਕਰਕੇ ਜ਼ਿੰਦਗੀ ਦੇ ਵਿੱਚ ਬਹੁਤ ਵੱਡਾ ਬਦਲਾਅ ਆਇਆ ਸੀ। as a result of his logic and efforts, William Bentinck banned sati in 1829। ਤੇ ਇਹਨਾਂ ਦੇ ਆਪਾਂ ਇਹ ਕਹਿ ਸਕਦੇ ਹਾਂ ਯਤਨਾਂ ਸਦਕਾ ਇਹਨਾਂ ਦੀ ਸੂਝ-ਬੂਝ ਦੇ ਕਾਰਨ ਵਿਲੀਅਮ ਬੈਂਟਿਕ ਨੇ 1829 ਦੇ ਵਿੱਚ ਈਸਵੀ ਦੇ ਵਿੱਚ ਸਤੀ ਪ੍ਰਥਾ ਤੇ ਪਾਬੰਦੀ ਲਾ ਦਿੱਤੀ ਸੀ। He wrote different articles for the welfare of the women ਤੇ ਇਹਨਾਂ ਨੇ
ਔਰਤਾਂ ਦੀ ਭਲਾਈ ਲਈ ਵੱਖ-ਵੱਖ ਲੇਖ ਵੀ ਲਿਖੇ ਸੀ। ਹੀ ਕੰਡੈਮਡ ਚਾਈਲਡ ਮੈਰਿਜ ਐਂਡ ਪੋਲੀਗੈਮੀ ਦਾ मतलब ਹੁੰਦਾ ਇੱਕ ਤੋਂ ਜ਼ਿਆਦਾ ਵਿਆਹ ਕਰ ਲੈਣਾ, ਔਰਤਾਂ ਰੱਖਣੀਆਂ, ਪਤਨੀਆਂ ਰੱਖਣੀਆਂ। ਤੇ ਇਹਨਾਂ ਨੇ ਛੋਟੇ ਜਵਾਕਾਂ ਦੀ ਜਿਹੜੇ ਵਿਆਹ ਹੋ ਜਾਂਦਾ ਹੈ, ਜਿਹਨੂੰ ਆਪਾਂ ਬਾਲ ਵਿਆਹ ਕਹਿੰਦੇ ਆ, ਤੇ ਨਾਲ ਦੀ ਨਾਲ ਬਹੁਤ ਜ਼ਿਆਦਾ ਵਿਆਹ ਕਰਨੇ, ਜਿਹਨੂੰ ਪੋਲੀਗੈਮੀ ਕਹਿੰਦੇ ਆ, ਉਹਦੇ ਤੇ ਵੀ ਆਵਾਜ਼ ਉਠਾਈ ਸੀ। ਹੀ ਪ੍ਰੋਟੈਸਟਡ ਅਗੇਂਸਟ ਦ ਕਿਲਿੰਗ ਆਫ ਗਰਲਸ, ਭਰੂਣ ਹੱਤਿਆ ਜਿਹੜੀ ਹੁੰਦੀ ਸੀ, ਫੀਮੇਲ ਫਿਟੀਸਾਈਡ ਜਿਹਨੂੰ ਆਪਾਂ ਕਹਿੰਦੇ ਆ, ਉਹਦੇ ਅਗੇਂਸਟ ਵੀ ਆਵਾਜ਼ ਚੱਕੀ ਸੀ। He protested against the parda system by saying that it affected the growth of women। ਤੇ ਇਹਨਾਂ ਨੇ ਆਵਾਜ਼ ਚੱਕੀ ਸੀ, ਇਹ ਕਿਹਾ ਸੀ ਵੀ ਜਿਹੜੀ ਪਰਦਾ ਪ੍ਰਣਾਲੀ ਹੈਗੀ ਹੈ ਉਹਦੇ ਵਿਰੋਧ ਮੈਂ ਕਰਨਾ ਚਾਹੁੰਦਾ, ਕਿਉਂਕਿ ਇਸ ਕਰਕੇ ਔਰਤਾਂ ਦਾ ਜਿਹੜਾ ਵਿਕਾਸ ਹੈਗਾ ਉਹਦੇ ਤੇ ਅਸਰ ਪੈ ਰਿਹਾ। He propagated for women education, ਔਰਤਾਂ ਦੀ ਪੜ੍ਹਾਈ ਲਿਖਾਈ ਦੇ ਵੱਲ, ਸਿੱਖਿਆ ਦੇ ਵੱਲ, ਉਸ ਦੇ ਲਈ ਉਹਨਾਂ ਨੇ ਬਹੁਤ ਪ੍ਰਚਾਰ ਕੀਤਾ ਸੀ। He was in favor of widow remarriage, ਵੀ ਜਿਹੜੀ ਔਰਤਾਂ ਨੇ ਉਹ ਪੁਨਰ ਵਿਆਹ ਕਰ ਸਕਦੀਆਂ, ਉਹਨਾਂ ਦੇ ਹੱਕ ਦੇ ਵਿੱਚ ਵੀ ਇਹਨਾਂ ਨੇ ਆਵਾਜ਼ ਚੱਕੀ ਸੀ। He was in favor of imparting education in English medium। ਲੜਾਈ ਉਸ ਟਾਈਮ ਤੇ ਇੰਡੀਆ ਤੇ ਹੀ ਚੱਲ ਰਹੀ ਸੀ, ਇੰਡੀਆ ਦੇ ਵਿੱਚ ਵੀ ਜਿਹੜੀ ਐਜੂਕੇਸ਼ਨ ਹੈਗੀ ਕਿਹੜੀ ਲੈਂਗੁਏਜ ਦੇ ਵਿੱਚ ਦੇਣੀ ਚਾਹੀਦੀ ਹੈ, ਅੰਗਰੇਜ਼ੀ ਦੇ ਵਿੱਚ ਜਾਂ ਲੋਕਲ ਲੈਂਗੁਏजेस ਦੇ ਵਿੱਚ। ਤੇ ਇਹਨਾਂ ਨੇ ਇਹ ਕਿਹਾ ਸੀ ਵੀ ਅੰਗਰੇਜ਼ੀ ਵੀ ਸਿਖਾਓ, ਵੀ ਅੰਗਰੇਜ਼ੀ ਦੇ ਵਿੱਚ ਹੀ ਪੜ੍ਹਾਈ ਲਿਖਾਈ ਹੋਣੀ ਚਾਹੀਦੀ ਹੈ। 7ਵਾਂ question, write down in brief the contribution made by Ishwar Chandra Vidyasagar to reform the condition of women। ਵੀ ਔਰਤਾਂ ਦੀ ਹਾਲਤ ਦੇ ਵਿੱਚ ਸੁਧਾਰ ਲਿਆਉਣ ਲਈ ਈਸ਼ਵਰ ਚੰਦਰ ਵਿਦਿਆਸਾਗਰ ਦੁਆਰਾ ਦਿੱਤੇ ਗਏ ਜਿਹੜੇ ਯੋਗਦਾਨ ਨੇ ਉਹਨਾਂ ਬਾਰੇ ਸੰਖੇਪ ਵਿੱਚ ਲਿਖਣਾ ਹੈ ਤੁਸੀਂ। ਦੇਖੋ, ਈਸ਼ਵਰ ਚੰਦਰ, ਇੱਥੇ ਆਏਗਾ ਚੰਦਰ ਵਿਦਿਆਸਾਗਰ, was a social reformer। ਕਹਿਣ ਦਾ ਮਤਲਬ ਉਹ ਸਮਾਜ ਸੁਧਾਰਕ ਸੀਗੇ। He opened nearly 25 schools for girls in Bengal on his own expenses। ਉਹਨਾਂ ਨੇ ਆਪਣੇ ਖਰਚੇ ਦੇ ਉੱਤੇ ਹੀ ਘੱਟੋ ਘੱਟ 25 ਸਕੂਲ ਖੋਲੇ ਸੀਗੇ ਬੰਗਾਲ ਦੇ ਵਿੱਚ। He opened struggles against the issue of widow remarriage। ਵੀ ਉਹਨਾਂ ਨੇ ਜੋ ਵਿਧਵਾ ਪੁਨਰ ਵਿਆਹ ਹੈਗਾ ਉਹਦੇ ਮੁੱਦੇ ਦੇ ਉੱਤੇ ਵੀ ਇੱਕ ਤਰੀਕੇ ਦੇ ਨਾਲ ਆਪਾਂ ਇਹ ਕਹਿ ਸਕਦੇ ਹਾਂ ਸੰਘਰਸ਼ ਕੀਤਾ ਸੀ ਵੀ ਇਹ ਅਲਾਉ ਕਰ ਦੇਣਾ ਚਾਹੀਦਾ। In 1855 ਤੋਂ ਲੈ ਕੇ ਤੁਸੀਂ ਕਹਿ ਸਕਦੇ ਹੋ 60 ਤੱਕ ਇਸ ਮੁੱਦੇ ਤੇ ਗੱਲ ਵੀ ਕੀਤੀ ਗਈ ਸੀ, ਤੇ ਨਾਲ ਦੀ ਨਾਲ ਉਹਨਾਂ ਨੇ ਕੰਡੈਮ ਕੀਤਾ ਸੀ ਚਾਈਲਡ ਮੈਰਿਜ, ਮਤਲਬ ਉਹ ਬਹੁਤ ਜ਼ਿਆਦਾ ਬਾਲ ਵਿਆਹ ਦੇ ਅਗੇਂਸਟ ਸੀਗੇ, ਉਹਦੀ ਨਿੰਦਾ ਕਰਦੇ ਸੀ। ਉਹਨਾਂ ਦੀ ਮਿਹਨਤ ਸਦਕਾ, ਬਿਕਾਜ਼ ਆਫ ਹਿਸ ਐਫਰਟਸ, ਹਿੰਦੂ ਵਿਡੋ ਰੀਮੈਰਿਜ ਐਕਟ ਜਿਹੜਾ ਹੈਗਾ ਵੀ ਔਰਤਾਂ ਦੁਬਾਰਾ ਵਿਆਹ ਕਰ ਸਕਦੀਆਂ ਨੇ, ਉਹ ਪਾਸ ਕੀਤਾ ਗਿਆ ਸੀ 1856 AD ਦੇ ਵਿੱਚ। ਅੱਗੇ ਇਹ ਇੰਪੋਰਟੈਂਟ ਕੁਐਸਚਨ ਸੀ। Write down in brief the efforts made by Sir Syed Ahmad Khan for the improvement of the condition of women। ਵੀ Sir Syed Ahmad Khan ਜਿਹੜੇ ਨੇ ਉਹਨਾਂ ਦੁਆਰਾ ਔਰਤਾਂ ਦੀ ਹਾਲਤ ਦੇ ਵਿੱਚ ਸੁਧਾਰ ਕੀਤੇ ਜਾਣ ਬਾਰੇ ਜਿਹੜੇ ਯਤਨ ਹੈਗੇ ਨੇ ਉਹਨਾਂ ਬਾਰੇ ਤੁਸੀਂ ਸੰਖੇਪ ਵਿੱਚ ਦੱਸਣਾ। Sir Syed Ahmad Khan wanted reform in the Muslim society। ਇਹ ਜਿਹੜੇ Sir Syed Ahmad Khan ਹੈਗੇ ਨੇ ਮੁਸਲਿਮ ਸਮਾਜ ਦੇ ਵਿੱਚ ਸੁਧਾਰ ਲਿਆਉਣਾ ਚਾਹੁੰਦੇ ਸੀ। According to him, women are treated, ਜਾਂ women ਇੱਥੇ ਆਏਗਾ should be treated equal with men। ਵੀ ਔਰਤਾਂ ਨੂੰ ਵੀ ਉਹਨੇ ਹੱਕ ਹੋਣੇ ਚਾਹੀਦੇ ਜਿੰਨੇ ਮਰਦਾਂ ਕੋਲ ਹੈਗੇ ਨੇ। He strongly condemned the child marriage, ਬਾਲ ਵਿਵਾਹ ਦੇ ਅਗੇਂਸਟ ਨਿੰਦਾ ਕੀਤੀ ਸੀ, ਪਰਦਾ ਸਿਸਟਮ ਦੇ ਅਗੇਂਸਟ ਬੋਲੇ ਸੀ। He propagated against the divorce system and published a newspaper named Tehzeeb-ul-Akhlaq to eradicate the social evil prevalent in the society। ਤੇ ਇਹਨਾਂ ਨੇ ਨਾ ਸਿਰਫ ਬਾਲ ਵਿਆਹ ਤੇ ਨਾਲ ਦੀ ਨਾਲ ਪਰਦਾ ਸਿਸਟਮ ਦੇ ਅਗੇਂਸਟ ਇਹਨਾਂ ਨੇ ਉਹਨਾਂ ਦੀ ਨਿੰਦਾ ਕੀਤੀ ਸੀ, ਸਗੋਂ ਇਹਨਾਂ ਨੇ ਜਿਹੜੀ ਤਲਾਕ ਪ੍ਰਣਾਲੀ ਹੈਗੀ ਹੈ ਉਹਦਾ ਵੀ ਵਿਰੋਧ ਕੀਤਾ ਸੀ, ਤੇ ਨਾਲੇ ਸਮਾਜ ਦੇ ਵਿੱਚ ਜਿਹੜੀ ਫੈਲੀ ਹੋਈ ਸਮਾਜਿਕ ਬੁਰਾਈ ਉਹਨੂੰ ਖਤਮ ਕਰਨ ਦੇ ਲਈ ਉਹਨਾਂ ਨੇ ਇਹ ਨਿਊਜ਼ਪੇਪਰ ਜਿਹੜਾ ਅਖਬਾਰ ਜਿਹੜਾ ਹੈਗਾ ਉਹ ਸ਼ੁਰੂ ਕੀਤਾ ਸੀ। He was in favor of the western education along with religious education। ਤੇ ਬਾਰ-ਬਾਰ ਬੋਲਦੇ ਸੀ ਵੀ ਜਿਹੜੀ ਪੱਛਮੀ ਆਪਾਂ ਕਹਿ ਸਕਦੇ ਹਾਂ ਸਿੱਖਿਆ ਹੈਗੀ ਹੈ ਉਹ ਵੀ ਦੇਣੀ ਚਾਹੀਦੀ ਹੈ ਲੋਕਾਂ ਨੂੰ, ਭਾਰਤੀਆਂ ਨੂੰ, ਮੁਸਲਮਾਨਾਂ ਨੂੰ, ਤੇ ਨਾਲ ਦੀ ਨਾਲ ਧਾਰਮਿਕ ਸਿੱਖਿਆ ਬਾਰੇ ਵੀ ਜਾਣਕਾਰੀ ਹੋਣੀ ਚਾਹੀਦੀ ਹੈ। ਅੱਗੇ ਹੈਗਾ 9ਵਾਂ ਪ੍ਰਸ਼ਨ, explain the contribution by Swami Dayanand to improve the condition of women। Swami Dayanand ਦੇ ਕਿਹੜੇ ਆਪਾਂ ਇਹ ਕਹਿ ਸਕਦੇ ਹਾਂ ਯਤਨ ਸੀਗੇ ਜਿਨ੍ਹਾਂ ਦੁਆਰਾ ਉਹਨਾਂ ਨੇ ਯੋਗਦਾਨ ਪਾਇਆ ਔਰਤਾਂ ਦੀ ਕੰਡੀਸ਼ਨ ਦੇ ਵਿੱਚ ਸੁਧਾਰ ਲਿਆਉਣ ਲਈ। ਇੰਪੋਰਟੈਂਟ ਹੈ। Swami Dayanand was in favor of widow remarriage। ਵੀ ਔਰਤ ਜਿਹੜੀ ਹੈਗੀ ਹੈ ਪੁਨਰ ਵਿਆਹ ਕਰਾ ਸਕਦੀ ਹੈ। and protested against the child marriage। ਵੀ ਬਾਲ ਵਿਆਹ ਦੇ ਅਗੇਂਸਟ ਉਹਨਾਂ ਨੇ ਆਵਾਜ਼ ਚੱਕੀ ਸੀ, ਨਿੰਦਾ ਕੀਤੀ ਸੀ। He established widow ashrams to reform the conditions of the widows। ਇਹਨਾਂ ਨੇ ਵਿਧਵਾਵਾਂ ਲਈ ਉਹ ਸੁਧਾਰ ਕਰਨ ਦੇ ਲਈ ਆਸ਼ਰਮ ਵੀ ਖੋਲੇ ਸੀ। ਆਰੀਆ ਸਮਾਜ ਕੰਡੈਮ ਦ ਸਤੀ ਸਿਸਟਮ ਐਂਡ ਡਾਊਰੀ ਸਿਸਟਮ। ਤੇ ਨਾਲ ਦੀ ਨਾਲ ਜਿਹੜਾ ਸਮਾਜ ਹੈਗਾ ਆਰੀਆ ਸਮਾਜ ਜੋ ਇਹਨਾਂ ਦੇ ਨਾਲ ਹੀ ਜੁੜਿਆ ਹੋਇਆ ਉਹ ਸਮਾਜ ਜਿਹੜਾ ਜੇ ਪੁੱਛਿਆ ਜਾਏ ਆਰੀਆ ਸਮਾਜ ਕਿਹਨਾਂ ਨਾਲ ਜੁੜਿਆ ਹੋਇਆ, ਉਹ ਸਵਾਮੀ ਦਇਆਨੰਦ ਜੀ ਨਾਲ ਹੀ ਜੁੜਿਆ ਹੋਇਆ। ਤੇ ਇਸ ਸਮਾਜ ਨੇ ਵੀ ਸਤੀ ਪ੍ਰਥਾ
ਦਹੇਜ ਪ੍ਰਥਾ ਦੇ ਅਗੇਂਸਟ ਆਵਾਜ਼ ਚੱਕੀ ਸੀ ਵੀ ਇਹ ਜਿਹੜਾ ਸਮਾਜ ਵੀ ਇਹ ਜਿਹੜੀਆਂ ਸਮਾਜ ਦੇ ਵਿੱਚ ਕੁਰੀਤੀਆਂ ਹੈਗੀਆਂ ਨੇ ਇਹਨਾਂ ਨੂੰ ਬੰਦ ਕਰਨਾ ਬਹੁਤ ਜ਼ਿਆਦਾ ਜ਼ਰੂਰੀ ਹੈ ਵੀ ਜੇ ਇਹ ਬੰਦ ਨਹੀਂ ਕੀਤਾ ਗਿਆ ਤਾਂ ਜਿਹੜਾ ਸਮਾਜ ਹੈ ਉਹ ਹੋਰ ਜ਼ਿਆਦਾ ਤਬਾਹੀ ਵੱਲ ਜਾਏ। ਠੀਕ ਹੈ, ਕਿਉਂਕਿ ਆਰੀਆ ਸਮਾਜ ਇਹਨਾਂ ਨੇ ਸਥਾਪਿਤ ਕੀਤਾ ਸੀ। ਅੱਗੇ ਚੱਲਦੇ ਹਾਂ। Many centers were established to train the destitute girls in sewing। ਕਹਿਣ ਦਾ ਮਤਲਬ ਜਿਹੜੀਆਂ ਬੇਸਹਾਰਾ ਲੜਕੀਆਂ ਹੈਗੀਆਂ ਨੇ ਉਹਨਾਂ ਨੂੰ ਅਲੱਗ-ਅਲੱਗ ਕੇਂਦਰਾਂ ਤੇ ਸਿਲਾਈ ਸਿਖਾਉਣ ਦਾ ਵੀ ਕੰਮ ਇਹਨਾਂ ਨੇ ਸਥਾਪਿਤ ਮਤਲਬ ਉਹ ਕੇਂਦਰ ਸਥਾਪਿਤ ਕੀਤੇ ਸੀ। He also established schools in different parts of the country for the education of the women। ਔਰਤਾਂ ਦੀ ਪੜ੍ਹਾਈ ਲਿਖਾਈ ਲਈ ਸਕੂਲ ਵੀ ਸਥਾਪਿਤ ਕੀਤੇ ਸੀ ਦੇਸ਼ ਦੇ ਅਲੱਗ-ਅਲੱਗ ਹਿੱਸਿਆਂ ਦੇ ਵਿੱਚ। ਅੱਗੇ 10th question ਹੈਗਾ explain the condition of the women in 19th century। 19th century ਮਤਲਬ 1800 ਤੋਂ ਲੈ ਕੇ 1899 ਦੇ ਵਿੱਚ ਔਰਤਾਂ ਦੀ ਸਮਾਜ ਦੇ ਵਿੱਚ ਕੀ ਹਾਲਤ ਸੀ ਉਹਦੇ ਬਾਰੇ ਤੁਸੀਂ ਦੱਸਣਾ ਹੈ। In the 19th century, in the Indian society, the condition of the women was pitiable, such as sati system, female infanticides, slavery, parda system, ban on widow remarriage, polygamy, etc. Social evils ਇੱਥੇ ਆਏਗਾ were, ਇੱਥੇ ਆਏਗਾ because prevalent in the society। ਉਹਨਾਂ ਦੀ ਦਸ਼ਾ ਬਹੁਤ ਖਰਾਬ ਸੀ ਕਿਉਂਕਿ ਉਸ ਟਾਈਮ ਤੇ ਸਤੀ ਪ੍ਰਥਾ, ਭੂਣ ਹੱਤਿਆ, ਸਲੇਵਰੀ, ਪਰਦਾ ਸਿਸਟਮ, ਵਿਡੋ ਮੈਰਿਜ ਤੇ ਰੋਕ ਲਗਾਈ ਜਾਣੀ, ਇੱਕ ਤੋਂ ਜ਼ਿਆਦਾ ਔਰਤਾਂ ਨਾਲ ਵਿਆਹ ਕਰ ਲੈਣਾ, ਇਹ ਸਭ ਕੁਝ ਚੱਲ ਰਿਹਾ ਸੀ ਸਮਾਜ ਦੇ ਵਿੱਚ। ਇਹ ਸਾਰੀਆਂ ਸਮਾਜਿਕ ਬੁਰਾਈਆਂ ਜਿਹੜੀਆਂ ਸੀ ਪ੍ਰਚਲਿਤ ਸਨ। To eradicate these evils from the society, many religious and social movements were started। ਤੇ ਸਮਾਜ ਵਿੱਚੋਂ ਇਹਨਾਂ ਬੁਰਾਈਆਂ ਨੂੰ ਖਤਮ ਕਰਨ ਦੇ ਲਈ ਬਹੁਤ ਸਾਰੇ ਧਾਰਮਿਕ ਤੇ ਸਮਾਜਿਕ ਲਹਿਰਾਂ ਜਿਹੜੀਆਂ ਸੀ ਉਹ ਚਲਾਈਆਂ ਗਈਆਂ ਸੀ ਤਾਂ ਕਿ ਕੁਝ ਬਦਲਾਵ ਲਿਆਇਆ ਜਾ ਸਕੇ। ਅੱਗੇ fill in the blanks ਹੈਗੇ ਨੇ। ਪਹਿਲਾ blank ਹੈਗਾ the women in the Hindu society had not right to, ਮਤਲਬ ਜਿਹੜੀਆਂ ਔਰਤਾਂ ਹੈਗੀਆਂ ਨੇ ਹਿੰਦੂ ਸਮਾਜ ਦੇ ਵਿੱਚ ਉਹਨਾਂ ਨੂੰ ਕਿਸ ਚੀਜ਼ ਦਾ ਰਾਈਟ ਨਹੀਂ ਸੀ। ਇੱਥੇ blank ਹੈਗਾ inherit the property, ਮਤਲਬ ਉਹ ਵਾਰਿਸ ਨਹੀਂ ਬਣ ਸਕਦੀਆਂ ਸੀ ਜਿਵੇਂ ਮੁੰਡੇ ਲੈ ਸਕਦੇ ਨਾ ਪ੍ਰਾਪਰਟੀ ਵਿੱਚ ਹੱਕ, ਔਰਤਾਂ ਨੂੰ ਉਹ ਹੱਕ ਨਹੀਂ ਸੀ। Second, after the sati of his brother's wife, a new turn came in the life of ਕਿਨੂੰ ਸਤੀ ਹੁੰਦੇ ਦੇਖ ਕੇ ਕਿਸ ਦੀ ਜ਼ਿੰਦਗੀ ਤੇ ਅਸਰ ਆਇਆ ਸੀ ਤੇ ਉਹਨਾਂ ਨੇ ਸਤੀ ਅਗੇਂਸਟ ਆਵਾਜ਼ ਚੱਕੀ ਸੀ, ਉਸੇ ਰਾਜਾ ਰਾਮ ਮੋਹਨ ਰਾਏ। ਵੱਡੇ ਭਰਾ ਦਾ ਕੀ ਨਾਮ ਹੈ ਮੈਨੂੰ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਦੱਸਿਓ। During the efforts of ਕੇਸ਼ਵ ਚੰਦਰ ਸੈਨ, ਇਹ ਜਿਹੜੇ ਸੀਗੇ ਕੇਸ਼ਵ ਚੰਦਰ ਸੈਨ, ਸ਼ਾਇਦ ਤੁਹਾਨੂੰ ਯਾਦ ਹੋਵੇ ਵੀ ਇਹਨਾਂ ਨੇ ਬ੍ਰਹਮੋ ਸਮਾਜ ਵੀ ਜੁਆਇਨ ਕੀਤਾ ਸੀ 1857 ਦੇ ਵਿੱਚ। ਪਰ ਇਹਨਾਂ ਦੇ ਜਿਹੜੇ ਐਫਰਟ ਸੀਗੇ 1872 ਦੇ ਵਿੱਚ ਜਿਹੜਾ ਐਫਰਟਸ ਇਹਨਾਂ ਨੇ ਪਾਏ ਸੀ ਇਸ ਸਾਲ ਦੇ ਵਿੱਚ ਉਹਦਾ ਅਸਰ ਕੀ ਹੋਇਆ, ਕਿਹੜੀ ਚੀਜ਼ ਬੈਨ ਹੋ ਗਈ ਸੀ? ਸੈਕੰਡ ਮੈਰਿਜ। ਤੁਸੀਂ ਇਹ ਕਹਿ ਸਕਦੇ ਹੋ ਵੀ ਇੱਕ ਹੀ ਵਿਆਹ ਤੁਸੀਂ ਕਰ ਸਕਦੇ ਹੋ। ਡੈਸ਼ ਕੰਡੈਮਡ ਡਾਈਵੋਰਸ ਸਿਸਟਮ, ਕਿਹਨੇ ਆਵਾਜ਼ ਚੱਕੀ ਸੀ ਡਾਈਵੋਰਸ ਦੇ ਤਲਾਕ ਪ੍ਰਣਾਲੀ ਦੇ ਖਿਲਾਫ? ਉਹ ਸੀ ਸਰ ਸੈਯਦ ਅਹਿਮਦ ਖਾਨ। ਡੈਸ਼ ਜੁਆਇਨ ਥਿਓਸੋਫਿਕਲ ਸੋਸਾਇਟੀ ਇਨ 1886 in England, ਕਿਨੇ ਥਿਓਸੋਫਿਕਲ ਜਿਹੜੀ ਸੋਸਾਇਟੀ ਹੈਗੀ ਉਹ ਜੁਆਇਨ ਕੀਤੀ ਸੀ? ਉਹ ਸੀਗੀ ਐਨੀ ਬਸੰਤ, ਜਿਹਨੇ ਬਾਅਦ ਦੇ ਵਿੱਚ ਇੰਡੀਆ ਦੇ ਵਿੱਚ ਆ ਕੇ ਥਿਓਸੋਫਿਕਲ ਸੋਸਾਇਟੀ ਵੀ ਸਥਾਪਿਤ ਕੀਤੀ। ਇੰਡੀਆ ਦੇ ਵਿੱਚ ਉਹ ਆਈ ਸੀ 1893 ਦੇ ਵਿੱਚ ਤੇ ਬਹੁਤ ਸਾਰੇ ਰਿਫਾਰਮਸ ਵੀ ਕੀਤੇ ਸੀ, ਜਿਵੇਂ ਕਿ ਇਹਨਾਂ ਨੇ 1898 AD ਦੇ ਵਿੱਚ ਸੈਂਟਰਲ ਹਿੰਦੂ ਕਾਲਜ ਜਿਹੜਾ ਹੈਗਾ ਉਹ ਖੋਲਿਆ ਸੀ ਬਨਾਰਸ ਦੇ ਵਿੱਚ। ਠੀਕ ਹੈ ਜੀ, ਅੱਗੇ ਚੱਲਦੇ ਆ। ਮੈਚ ਕਰਨ ਲਈ ਕੀ ਹੈ? ਸਵਾਮੀ ਵਿਵੇਕਾਨੰਦ ਕਿਹੜੇ ਮਿਸ਼ਨ ਨਾਲ ਜੁੜੇ ਹੋਏ ਨੇ? ਵਿਵੇਕ ਰਾਮਾਕ੍ਰਿਸ਼ਨ ਮਿਸ਼ਨ ਦੇ ਨਾਲ। ਸਤਗੁਰ ਰਾਮ ਸਿੰਘ ਜੀ ਉਹ ਨਾਮਧਾਰੀ ਮੂਵਮੈਂਟ ਦੇ ਨਾਲ ਜੁੜੇ ਹੋਏ ਨੇ। ਸਿੰਘ ਸਭਾ ਮੰਜੀ ਸਾਹਿਬ ਅੰਮ੍ਰਿਤਸਰ, ਜੀ ਕਿਸੇ ਨੂੰ ਨਹੀਂ ਪਤਾ ਵੀ ਇਹ ਸਿੰਘ ਸਭਾ ਮੰਜੀ ਸਾਹਿਬ ਅੰਮ੍ਰਿਤਸਰ ਕੀ ਹੈਗਾ ਤਾਂ ਮੈਂ ਤੁਹਾਨੂੰ ਦੱਸਣਾ ਚਾਹੁੰਦੀ ਹਾਂ ਵੀ ਇਹ ਜਿਹੜੀ ਸਿੰਘ ਸਭਾ ਮੂਵਮੈਂਟ ਹੈ ਸਟਾਰਟ ਮੰਜੀ ਸਾਹਿਬ ਅੰਮ੍ਰਿਤਸਰ ਤੋਂ ਹੋਈ ਸੀ ਤੇ ਸਟਾਰਟ ਹੋਈ ਸੀ 1873 ਦੇ ਵਿੱਚ। ਸਰ ਸੈਯਦ ਅਹਿਮਦ ਖਾਨ ਉਹਨਾਂ ਨੇ ਸਟਾਰਟ ਕੀਤੀ ਸੀ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ। ਤੇ ਜਿਹੜੀ ਸੈਯਦ ਅਹਿਮਦ ਖਾਨ ਨੇ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਜਿਹੜੀ ਹੈ ਜਦ ਸਥਾਪਿਤ ਕੀਤੀ ਸੀ, ਇਸ ਤੋਂ ਪਹਿਲਾਂ ਉਹਨਾਂ ਨੇ ਇੱਕ ਮੁਸਲਿਮ ਐਂਗਲੋ ਓਰੀਐਂਟਲ ਸਕੂਲ ਵੀ ਸਥਾਪਿਤ ਕੀਤਾ ਸੀ ਅਲੀਗੜ੍ਹ ਦੇ ਵਿੱਚ ਹੀ ਇਸੇ ਥਾਂ ਤੇ ਫਿਰ ਉਸ ਤੋਂ ਬਾਅਦ ਮੁਸਲਿਮ ਐਂਗਲੋ ਓਰੀਐਂਟਲ ਕਾਲਜ ਵੀ ਇਹਨਾਂ ਨੇ ਸਥਾਪਿਤ ਕੀਤਾ ਸੀ। ਇਹ ਕੀਤਾ ਸੀ 1878 AD ਦੇ ਵਿੱਚ। ਤੇ ਆਪਾਂ ਇਹ ਕਹਿ ਸਕਦੇ ਹਾਂ ਇਹ ਸਕੂਲ ਜਿਹੜਾ ਸਟਾਰਟ ਕੀਤਾ ਸੀ ਇਹ ਕੀਤਾ ਸੀ 1874 AD ਦੇ ਵਿੱਚ। ਠੀਕ ਹੈ ਜੀ, ਤੇ ਇਹ ਸੀਗੀ ਅੱਜ ਦੀ ਕਲਾਸ। ਮੈਂ ਉਮੀਦ ਕਰਦੀ ਹਾਂ ਤੁਹਾਨੂੰ ਸਾਰਿਆਂ ਨੂੰ ਇਹ ਗੱਲ ਸਮਝ ਆ ਗਈ ਹੋਏਗੀ। ਤੇ ਅਖੀਰਲੀ ਗੱਲ ਮੈਂ ਇਹ ਦੱਸਣਾ ਚਾਹੁੰਦੀ ਹਾਂ ਵੀ ਇਹ ਜਿਹੜਾ ਕਾਲਜ ਹੈਗਾ ਇਹਨੇ ਧਾਰਨਾ ਮਤਲਬ ਇਹ ਹੀ ਬਦਲ ਕੇ ਬਾਅਦ ਦੇ ਵਿੱਚ ਯੂਨੀਵਰਸਿਟੀ ਬਣਿਆ ਸੀ 1920 ਦੇ ਵਿੱਚ।
ਜੇ ਤੁਹਾਨੂੰ ਵੀਡੀਓ ਪਸੰਦ ਆਈ ਤਾਂ ਚੈਨਲ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ। ਆਪਾਂ ਫਿਰ ਮਿਲਾਂਗੇ। ਟਿਲ ਦੈਨ ਟੇਕ ਕੇਅਰ, ਬਾਏ ਬਾਏ।